TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਚਾਪਲੂਸੀ ਦੀ ਹੱਦ, ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਮੋਦੀ ਨੂੰ ਦੱਸਿਆ ਰੱਬ ਦਾ ਅਵਤਾਰ। ਕੈਪਟਨ ਦੀਆਂ ਮੁਸ਼ਕਲਾਂ 'ਚ ਵਾਧਾ, ਨਹੀਂ ਹੋਵੇਗਾ ਕੈਪਟਨ ਲਈ ਜਿੱਤਣਾ ਸੁਖਾਲਾ। ਚੋਣ ਮੁਹਿੰਮ ਦੌਰਾਨ ਈਡੀ ਵੱਲੋਂ ਚੰਨੀ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਦੇ ਘਰਾਂ ਤੇ ਛਾਪੇਮਾਰੀ, 6 ਕਰੋੜ ਤੋਂ ਵੱਧ ਨਕਦੀ ਬਰਾਮਦ ਦੀਆਂ ਖਬਰਾਂ। ਦਲ ਬਦਲੀਆਂ ਦਾ ਜ਼ੋਰ, ਚੋਣ ਮੈਦਾਨ ਵਿੱਚ 80 ਉਮੀਦਵਾਰਾਂ ਤੇ ਦਲ ਬਦਲੀ ਦਾ ਠੱਪਾ। ਦੋਸਤੋ, ਇਹ ਅਤੇ ਇਹਦੇ ਇਲਾਵਾ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਦੂਸਰੀ ਬੇਨਤੀ ਇਹ ਕਿ ਪੰਜਾਬ ਚੋਣਾਂ ਦੇ ਮੱਦੇਨਜ਼ਰ ਇੱਕ ਬਿਲਕੁਲ ਨਵਾਂ ਪ੍ਰੋਗਰਾਮ ਚੋਣ ਦੰਗਲ ਇਲੈਕਸ਼ਨ 2022 ਨਵਾਂ ਸ਼ੁਰੂ ਕੀਤਾ ਗਿਆ, ਜਿਸ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਕੁਝ ਇੱਕ ਜਾਣਕਾਰੀਆਂ ਚੋਣਾਂ ਦੇ ਨਾਲ ਸੰਬੰਧਿਤ ਤੁਹਾਡੇ ਰੂਬਰੂ ਕੀਤੀਆਂ ਜਾਣ ਅਤੇ ਨਾਲ ਹੀ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਦੀ, ਕਿਸੇ ਮਾਹਰ ਦੀ ਜਾਂ ਕਿਸੇ ਰਾਜਨੀਤਿਕ ਵਿਅਕਤੀ ਦੀ ਮੁਲਾਕਾਤ ਉਸ ਪ੍ਰੋਗਰਾਮ ਦੌਰਾਨ ਤੁਹਾਡੇ ਰੂਬਰੂ ਕੀਤੀ ਜਾ ਸਕੇ। ਕਿਰਪਾ ਕਰਕੇ ਜ਼ਰੂਰ ਵੇਖਿਓ। ਇਲੈਕਸ਼ਨ 2022 ਦੂਸਰੀ ਜਿਹੜੀ ਕਿਸ਼ਤ ਹੈ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੇ ਨਾਲ ਕੀਤੀ ਹੋਈ ਹੈ ਕਿ ਸਾਨੂੰ ਚਿਹਰਿਆਂ ਦੀ ਰਾਜਨੀਤੀ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਜਾਂ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ। ਅੱਜ ਤੱਕ ਅਸੀਂ ਕਿਹੜੇ ਮੁੱਦੇ ਸੀ ਜਿਹੜੇ ਉਭਾਰ ਨਾ ਸਕੇ, ਉਹ ਸਾਰੇ ਮੁੱਦਿਆਂ ਦਾ ਵੀ ਜ਼ਿਕਰ ਉਸ ਪ੍ਰੋਗਰਾਮ ਵਿੱਚ ਹੈ ਅਤੇ ਨਾਲ ਹੀ ਕਿ ਅਸੀਂ ਵੋਟ ਕਿਹਨੂੰ ਪਾਈਏ ਤੇ ਵੋਟ ਕਿਹਨੂੰ ਕਿਉਂ ਨਾ ਪਾਈਏ, ਉਹ ਸਵਾਲਾਂ ਦੇ ਜਵਾਬ ਵੀ ਹੋ ਸਕਦਾ ਤੁਹਾਨੂੰ ਉਸ ਪ੍ਰੋਗਰਾਮ ਵਿੱਚ ਮਿਲ ਜਾਣ। ਕਿਰਪਾ ਕਰਕੇ ਮੈਂ ਮਹਿਸੂਸ ਕਰਦਾ ਕਿ ਤੁਸੀਂ ਵੀ ਦੇਖੋ ਅਤੇ ਅੱਗੇ ਵੀ ਹੋਰਨਾਂ ਨੂੰ ਭੇਜੋ ਤਾਂ ਕਿ ਆਪਣੀ ਉਹ ਕੀਮਤੀ ਰਾਏ ਇਸ ਚੋਣ ਮੁਹਿੰਮ ਦੇ ਦੌਰਾਨ ਬਣਾ ਸਕਣ। ਤੇ ਨਾਲ ਹੀ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਹੁਣ ਆਪਾਂ ਇਹਨਾਂ ਸਾਰੀਆਂ ਖਬਰਾਂ ਤੇ ਵਿਸਥਾਰ ਵੱਲ ਵਧੀਏ। ਅਸਲ ਦੇ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਕਿਸੇ ਨੇ ਚਾਪਲੂਸੀ ਕੀਤੀ ਹੋਵੇ। ਇੱਕ ਮੈਨੂੰ ਗੀਤ ਦੀਆਂ ਲਾਈਨਾਂ ਚੇਤੇ ਆ ਰਹੀਆਂ ਨੇ, ਕਹਿੰਦਾ ਕਦੇ ਚਮਚੇ ਹੁੰਦੇ ਸੀ ਚਾਂਦੀ ਦੇ, ਅੱਜ ਕੱਲ੍ਹ ਚਮਚਿਆਂ ਦੀ ਚਾਂਦੀ ਹੈ। ਇਹ ਚਮਚਾਗਿਰੀ ਦੀ ਵੈਸੇ ਹੱਦ ਕੋਈ ਨਹੀਂ। ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਕਿ ਪਹਿਲੀ ਵਾਰੀ ਵੀ ਨਹੀਂ ਹੋਇਆ, ਇਹਦੇ ਤੋਂ ਪਹਿਲਾਂ ਕਈ ਮੌਕਿਆਂ ਤੇ ਕਈ ਸੂਬਿਆਂ ਦੇ ਮੰਤਰੀ, ਕਈ ਸੂਬਿਆਂ ਦੇ ਮੁੱਖ ਮੰਤਰੀ ਪਹਿਲਾਂ ਵੀ ਪ੍ਰਧਾਨ ਮੰਤਰੀ ਦੀ ਚਾਪਲੂਸੀ ਕਰਦੇ ਨਜ਼ਰ ਆਏ ਹੈ। ਉਹ ਵੀ ਦੱਸ ਚੁੱਕਿਆ ਕਿ ਰੱਬ ਨੇ ਰੱਬ ਦੇ ਅਵਤਾਰ ਨੇ। ਪਰ ਆ ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਤੋਂ ਮਿਲਿਆ ਹੈ। ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਨੇ, ਭਾਜਪਾ ਦੇ ਆਗੂ ਨੇ ਕਮਲ ਪਟੇਲ। ਕਮਲ ਪਟੇਲ ਦਾ ਕਹਿਣਾ ਹੈ ਕਿ ਮੋਦੀ ਰੱਬ ਦੇ ਅਵਤਾਰ ਨੇ। ਕਮਲ ਪਟੇਲ ਇੱਥੋਂ ਤੱਕ ਆ ਗਏ ਕਿ ਭਾਰਤ ਦੇ ਵਿੱਚ ਕਾਂਗਰਸ ਨੇ ਜਿਹੜੇ ਜ਼ੁਲਮ ਕੀਤੇ ਨੇ, ਜਿਹੜਾ ਭ੍ਰਿਸ਼ਟਾਚਾਰ ਕੀਤਾ ਹੈ, ਭਾਰਤ ਦੇ ਸੱਭਿਆਚਾਰ ਦੀ ਤਬਾਹੀ ਕੀਤੀ ਹੈ, ਉਹਦੇ ਤੋਂ ਬਾਅਦ ਜਿਹੜਾ ਨਿਰਾਸ਼ਾ ਦਾ ਮਾਹੌਲ ਪੈਦਾ ਹੋ ਗਿਆ ਸੀ, ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਖਾਤਮੇ ਦੇ ਵਾਸਤੇ, ਇੱਕ ਚੰਗਾ ਮਾਹੌਲ ਪੈਦਾ ਕਰਨ ਦੇ ਵਾਸਤੇ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਨੇ ਜਿਸ ਤਰ੍ਹਾਂ ਉਹ ਆਏ ਸੀ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਭਗਵਾਨ ਦਾ ਅਵਤਾਰ ਅਤੇ ਉਹਨਾਂ ਦਾ ਜਨਮ ਭਾਰਤ ਵਿੱਚ ਹੋਇਆ। ਪਟੇਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਿਹੜੇ ਕੰਮ ਕੀਤੇ ਗਏ, ਜਿਵੇਂ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਨ ਦੀ ਰਾਹ ਤੇ ਲੈ ਜਾਣਾ, ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ, ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ, ਉਹ ਕਹਿੰਦੇ ਇਹ ਇੱਕ ਆਮ ਵਿਅਕਤੀ ਨਹੀਂ ਕਰ ਸਕਦਾ, ਇਹ ਕੋਈ ਰੱਬ ਦਾ ਅਵਤਾਰ ਕਰ ਸਕਦਾ ਹੈ। ਹੁਣ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਲੱਗਦਾ ਹੋ ਸਕਦਾ ਇਹ ਸਭ ਕੁਝ ਜਾਇਜ਼ ਲੱਗਦਾ ਹੋਵੇ, ਪਰ ਹੁਣ ਤੁਸੀਂ ਉਸੇ ਮੁਲਕ ਦੇ ਵਾਸੀ ਹੋ। ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕੀ 700 ਤੋਂ ਵੱਧ ਜਾਨਾਂ ਕੁਰਬਾਨ ਸਰਹੱਦ ਤੇ ਹੋ ਗਈਆਂ? ਕਰੀਬ 380 ਦਿਨ ਕਿਸਾਨ ਧੁੱਪਾਂ 'ਚ, ਠੰਡਾਂ 'ਚ, ਗਰਮੀਆਂ 'ਚ, ਸਰਦੀਆਂ 'ਚ, ਤੂਫਾਨਾਂ 'ਚ, ਝੱਖੜਾਂ 'ਚ ਬੈਠਾ ਰਿਹਾ। ਕਿ ਇਹ ਜਨਤਾ ਦੀ ਭਲਾਈ ਵਾਸਤੇ ਸੀ? ਕਹਿੰਦੇ ਸੀ ਵੀ ਕਾਲਾ ਧਨ ਸਾਰਾ ਵਾਪਸ ਆ ਜਾਣਾ। ਕੀ ਕਾਲਾ ਧਨ ਵਾਪਸ ਆ ਗਿਆ? ਆ ਸੁਣਿਆ ਹੁਣੇ ਤੁਸੀਂ ਕਮਲ ਪਟੇਲ ਤੋਂ, ਕਹਿੰਦੇ ਭ੍ਰਿਸ਼ਟਾਚਾਰ ਦਾ ਭਾਰਤ ਵਿੱਚੋਂ ਖਾਤਮਾ ਹੋ ਗਿਆ। ਕੀ ਸੱਚਮੁੱਚ ਖਾਤਮਾ ਹੋ ਗਿਆ?
ਕੀ ਸੱਚਮੁੱਚ ਭਾਰਤ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਹੋ ਗਈਆਂ? ਕੀ ਲਤਾੜੇ ਤੇ ਗਰੀਬ ਲੋਕਾਂ ਨੂੰ ਉੱਪਰ ਚੁੱਕਣ ਵਾਸਤੇ ਸਾਰਥਕ ਨੀਤੀਆਂ ਲਿਆਂਦੀਆਂ ਗਈਆਂ ਨੇ? ਕੀ ਅਮੀਰ ਵਾਸਤੇ ਹੋਰ ਤੇ ਗਰੀਬ ਵਾਸਤੇ ਹੋਰ ਕਾਨੂੰਨ ਜਿਹੜਾ ਇਹ ਪਾੜਾ ਸੀ ਉਹ ਖਤਮ ਹੋ ਗਿਆ? ਜੇ ਇਹ ਸੱਚਮੁੱਚ ਹੋ ਗਿਆ ਤਾਂ ਕਮਲ ਪਟੇਲ ਬਿਲਕੁਲ ਦਰੁਸਤ ਆਖਦੇ ਨੇ। ਪਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ, ਹੋ ਸਕਦਾ ਕਮਲ ਪਟੇਲ ਵਾਸਤੇ ਇਹ ਪਾੜਾ ਖਤਮ ਹੋ ਗਿਆ ਹੋਵੇ। ਪਰ ਮੈਂ ਤਾਂ ਜਿੰਨਾ ਕੁ ਸੁਣਿਆ ਹੈ ਕਿ ਕਿਸੇ ਥਾਣੇ 'ਚ FIR ਦਰਜ ਕਰਵਾਉਣੀ ਆ ਜਾਂ ਧਰਨਾ ਜਾਂ ਸਿਫਾਰਿਸ਼ ਜਾਂ ਪੈਸਾ, ਕਿਸੇ ਸਰਕਾਰੀ ਦਰਬਾਰੇ ਕੰਮ ਕਰਵਾਉਣਾ ਜਾਂ ਸਿਫਾਰਿਸ਼ ਜਾਂ ਧਰਨਾ ਜਾਂ ਪੈਸਾ। ਪਰ ਕਮਲ ਪਟੇਲ ਹੋਰੀ ਕੁਝ ਹੋਰ ਆਖਦੇ ਨੇ, ਕਮੈਂਟ ਜ਼ਰੂਰ ਕਰਿਓ। ਹੁਣ ਅਗਲੀ ਖਬਰ ਹੈ ਜਿਹੜੀ ਸ਼ਾਇਦ ਇਸੇ ਖਬਰ ਨੂੰ ਉਹ ਕੱਟੂਗੀ। ਫਿਰ ਜੇ ਸਾਰਾ ਕੁਝ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ ਤਾਂ ਛਾਪੇਮਾਰੀਆਂ ਕਿਉਂ? ਜੇ ਛਾਪੇਮਾਰੀਆਂ ਹੋ ਰਹੀਆਂ ਇਹਦਾ ਮਤਲਬ ਭ੍ਰਿਸ਼ਟਾਚਾਰ ਵੱਡੇ ਪੱਧਰ ਤੇ ਹੋ ਰਿਹਾ ਹੈ। ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ, ਦੂਸਰੀ ਪਾਸੇ ਈਡੀ ਨੇ ਜਿਹੜੀ ਛਾਪੇਮਾਰੀ ਕੀਤੀ ਹੈ ਉਹਨੇ ਫੇਰ ਇੱਕ ਵਾਰੀ ਪਾਰਾ ਗਰਮ ਕਰਕੇ ਰੱਖ ਦਿੱਤਾ ਹੈ। ਇੱਕ ਪਾਸੇ ਕੇਂਦਰ ਸਰਕਾਰ ਦੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ, ਦੂਸਰੇ ਪਾਸੇ ਕਾਂਗਰਸ ਪੰਜਾਬ ਦੀ ਸੱਤਾਧਾਰੀ ਧਿਰ ਉਹ ਕਾਫੀ ਸਰਗਰਮ ਹੋ ਗਈ ਹੈ। ਹੁਣ ਇੱਕ ਪਾਸੇ ਤਾਂ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦਾ ਚਿਹਰਾ ਕਿਹੜਾ ਐਲਾਨਿਆ ਜਾਏਗਾ, ਦੂਸਰੇ ਪਾਸੇ ਭੂ ਮਾਫੀਆ ਨੂੰ ਲੈ ਕੇ, ਰੇਤ ਮਾਫੀਆ ਨੂੰ ਲੈ ਕੇ, ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਇੱਕ ਜਾਂਚ ਵਿੱਢ ਦਿੱਤੀ ਗਈ ਸੀ। ਉਹਦੇ ਜਾਂਚ ਦੇ ਅਧੀਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੁਝ ਕਰੀਬੀ ਰਿਸ਼ਤੇਦਾਰ, ਉਹਨਾਂ ਦੀਆਂ ਰਿਹਾਇਸ਼ਾਂ ਤੇ ਛਾਪੇਮਾਰੀ ਹੋ ਰਹੀ ਸੀ। ਭੁਪਿੰਦਰ ਹਨੀ, ਉਹਨਾਂ ਦੀ ਲੁਧਿਆਣਾ ਦੀ ਜਿਹੜੀ ਰਿਹਾਇਸ਼ ਹੈ ਉਹਦੇ ਸਮੇਤ ਪੰਜਾਬ ਦੇ ਵਿੱਚ ਕਈ ਹੋਰਨਾਂ ਟਿਕਾਣਿਆਂ ਤੇ ਛਾਪੇਮਾਰੀ ਹੁੰਦੀ ਹੈ। ਤੇ ਜਾਣਕਾਰੀ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਈਡੀ ਦੇ ਇਹਨਾਂ ਛਾਪਿਆਂ ਦੇ ਦੌਰਾਨ ਕਰੀਬ 6 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਤੇ ਇਹ ਜਿਹੜੀ ਰਕਮ ਹੈ 4 ਕਰੋੜ ਦੇ ਕਰੀਬ ਉਹਦੇ ਵਿੱਚੋਂ ਇਕੱਲੀ ਹਨੀ ਦੀ ਰਿਹਾਇਸ਼ ਤੋਂ ਮਿਲੀ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਏਜੰਸੀ ਨੇ ਮਨੀ ਲਾਂਡਰਿੰਗ ਨਾਲ ਜੁੜੇ ਕੇਸ ਦੇ ਵਿੱਚ ਮੋਹਾਲੀ, ਚੰਡੀਗੜ੍ਹ, ਲੁਧਿਆਣਾ ਤੇ ਪਠਾਨਕੋਟ ਸਮੇਤ ਕਈਆਂ ਹੋਰਨਾਂ ਥਾਵਾਂ ਤੇ ਕਈਆਂ ਲੋਕੇਸ਼ਨਾਂ ਤੇ ਇੱਕੋ ਹੀ ਵੇਲੇ ਛਾਪੇਮਾਰੀ ਕੀਤੀ। ਈਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਛਾਪੇ ਦੇ ਦੌਰਾਨ ਕਾਲੇ ਧਨ ਨੂੰ ਸਫੈਦ ਬਣਾਉਣ ਤੋਂ ਰੋਕਣ ਅਧੀਨ ਜਿਹੜਾ ਇੱਕ ਐਕਟ ਬਣਾਇਆ ਗਿਆ ਹੈ PMLA ਦੇ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਛਾਪਿਆਂ ਦੇ ਦੌਰਾਨ ਈਡੀ ਦੇ ਵੱਲੋਂ ਭੁਪਿੰਦਰ ਹਨੀ ਦੇ ਟਿਕਾਣੇ ਦੀ ਫਰੋਡਾ ਫਰਾਲੀ ਕੀਤੀ ਗਈ ਅਤੇ ਈਡੀ ਨੇ ਇਹ ਛਾਪੇਮਾਰੀ ਜਿਹੜੀ ਕੀਤੀ 7 ਮਾਰਚ 2018 ਨੂੰ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਦੇ ਅਧੀਨ ਕੁਝ ਵਿਅਕਤੀਆਂ ਦੇ ਖਿਲਾਫ ਰਾਹੋਂ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਉਹਦੇ ਅਧੀਨ ਜਾਂਚ ਪੜਤਾਲ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਆਏ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ਜਿੰਨੀ ਦੇਰ ਤੱਕ ਇਹ ਛਾਪੇਮਾਰੀ ਚੱਲਦੀ ਰਹੀ ਪਤਾ ਲੱਗਿਆ ਕਿ ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕਿਸੇ ਨੂੰ ਅੰਦਰੋਂ ਬਾਹਰ ਜਾਣ ਦਿੱਤਾ। ਹੁਣ ਈਡੀ ਨੇ ਕੁਝ ਦਸਤਾਵੇਜ਼ ਤੇ ਕੰਪਿਊਟਰ ਦੇ ਰਿਕਾਰਡ ਨੂੰ ਜ਼ਬਤ ਕੀਤਾ। ਜਾਣਕਾਰੀ ਦੇ ਅਨੁਸਾਰ ਇਹ ਛਾਪੇਮਾਰੀ ਹਨੀ ਦੇ ਘਰ ਸਵੇਰੇ 10 ਵਜੇ ਸ਼ੁਰੂ ਹੁੰਦੀ ਹੈ ਅਤੇ ਕਰੀਬ ਸ਼ਾਮ ਤੱਕ ਚੱਲਦੀ ਰਹੀ। ਇਸੇ ਤਰ੍ਹਾਂ ਅਮਲੋਹ ਦੇ ਨੇੜੇ ਪੈਂਦਾ ਪਿੰਡ ਬੁੱਗਾ ਕਲਾਂ, ਉੱਥੇ ਵੀ ਛਾਪੇਮਾਰੀ ਕੀਤੀ ਗਈ ਅਤੇ ਇਹ ਛਾਪੇਮਾਰੀ ਬੁੱਗਾ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਦੇ ਘਰ ਵਿੱਚ ਹੋਈ। ਉੱਥੇ ਵੀ 2 ਗੱਡੀਆਂ ਦੇ ਵਿੱਚ ਈਡੀ ਦੀ ਟੀਮ ਪਹੁੰਚਦੀ ਹੈ, ਦੇਰ ਸ਼ਾਮ ਤੱਕ ਕਾਰਵਾਈ ਜਾਰੀ ਰੱਖਦੀ ਹੈ। ਛਾਪੇਮਾਰੀ ਤੋਂ ਬਾਅਦ ਬਲਾਕ ਕਾਂਗਰਸ ਦੇ ਪ੍ਰਧਾਨ ਨੇ ਸ਼ਿੰਗਾਰਾ ਸਿੰਘ ਸਲਾਣਾ, ਉਹਨਾਂ ਨੇ ਦੋਸ਼ ਲਗਾਏ ਨੇ ਕਿ ਇਸ ਮਾਮਲੇ ਦੇ ਵਿੱਚ ਰਣਦੀਪ ਸਿੰਘ ਬੁੱਗਾ ਦੇ ਬਾਕੀ ਸਾਥੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹ ਕਹਿੰਦੇ ਜਿਹੜੇ ਅਮਲੋਹ ਤੋਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਇਹ ਸਰਪੰਚ ਉਹਨਾਂ ਦਾ ਨਜ਼ਦੀਕੀ ਹੈ ਤੇ ਨਾਲ ਉਹਨਾਂ ਨੇ ਕੁਝ ਫੋਟੋਆਂ ਵੀ ਨਸ਼ਰ ਕੀਤੀਆਂ। ਉਹਨਾਂ ਇਹ ਦੋਸ਼ ਲਗਾਇਆ ਕਿ ਕਾਕਾ ਰਣਦੀਪ ਸਿੰਘ ਨਾਭਾ ਦਾ ਇਹ ਨਜ਼ਦੀਕੀ ਅਤੇ ਸਾਰਾ ਕੁਝ ਮਿਲ ਮਿਲਾ ਕੇ ਚੱਲ ਰਿਹਾ ਸੀ। ਪਤਾ ਲੱਗਿਆ ਕਿ ਜਦੋਂ ਸਰਪੰਚ ਰਣਦੀਪ ਸਿੰਘ ਦੇ ਘਰ ਛਾਪੇਮਾਰੀ ਕੀਤੀ ਉਸ ਵਕਤ ਉਹਨਾਂ ਦੇ ਮਾਤਾ ਜੀ ਥੋੜੇ ਢਿੱਲੇ ਮੱਠੇ ਸੀ। ਇੱਕ ਡਾਕਟਰ ਨੂੰ ਉਹਨਾਂ ਦੇ ਘਰ ਬੁਲਾਇਆ ਹੋਇਆ ਸੀ ਤੇ ਤਕਰੀਬਨ 2.5-3 ਘੰਟੇ ਡਾਕਟਰ ਨੂੰ ਵੀ ਘਰੋਂ ਨਿਕਲ ਨਹੀਂ ਦਿੱਤਾ ਗਿਆ, ਅੰਦਰ ਹੀ ਠਹਿਰਨਾ ਪਿਆ। ਉਹਦੇ ਤੋਂ ਬਾਅਦ ਉਸ ਨੂੰ ਬਾਹਰ ਜਾਣ ਦਿੱਤਾ ਤੇ ਡਾਕਟਰ ਨੇ ਇਹ ਵੀ ਦੱਸਿਆ ਕਿ ਟੀਮ ਨੇ ਆਉਣ ਸਾਰ ਸਭ ਤੋਂ ਪਹਿਲਾਂ ਮੇਰਾ ਫੋਨ ਫੜ ਲਿਆ ਸੀ। ਹੁਣ ਛਾਪੇਮਾਰੀ ਕੀਤੀ ਗਈ ਹੈ, ਪਤਾ ਲੱਗਿਆ ਕਿ ਰਣਦੀਪ ਸਿੰਘ ਬੁੱਗਾ ਦੇ ਵੱਲੋਂ ਰੇਤ ਦਾ ਕੰਮ ਕੀਤਾ ਜਾ ਰਿਹਾ ਸੀ। ਇਹ ਵੀ ਪਤਾ ਲੱਗਿਆ ਕਿ ਇਸ ਪੜਤਾਲ ਦਾ ਰਣਦੀਪ ਸਿੰਘ ਦੇ ਵੱਲੋਂ ਪਿਛਲੇ ਸਮੇਂ ਕਥਿਤ ਤੌਰ ਤੇ ਖਰੀਦੀ ਗਈ 15 ਏਕੜ ਜ਼ਮੀਨ ਵੀ ਇੱਕ ਕਾਰਨ ਹੈ ਕਿ ਪੈਸਾ ਤੇਰੇ ਕੋਲ ਆਇਆ ਕਿੱਥੋਂ।
ਤੇ ਇਹਨਾਂ ਛਾਪੇਮਾਰੀਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿੱਤੀ ਹੈ। ਉਹਨਾਂ ਕਿਹਾ ਕਿ ਈਡੀ ਦੇ ਵੱਲੋਂ ਜਿਹੜੀ ਇਹ ਛਾਪੇਮਾਰੀ ਕੀਤੀ ਗਈ ਹੈ, ਦਰਅਸਲ ਇਹ ਵਿਰੋਧੀਆਂ ਦੀ ਇੱਕ ਗਿਣੀ ਮਿਥੀ ਸਾਜ਼ਿਸ਼ ਹੈ। ਉਹ ਕਹਿੰਦੇ ਭਾਜਪਾ ਤੋਂ ਮੇਰੀ ਚੜ੍ਹਤ ਬਰਦਾਸ਼ਤ ਨਹੀਂ ਹੋ ਰਹੀ, ਇਸ ਕਰਕੇ ਚੋਣਾਂ ਤੋਂ ਐਨ ਪਹਿਲਾਂ ਮੇਰੇ ਪਰਿਵਾਰ ਤੇ ਮੇਰੇ ਕਰੀਬੀਆਂ ਤੇ ਰਿਸ਼ਤੇਦਾਰਾਂ ਦੇ ਘਰਾਂ ਤੇ ਛਾਪੇਮਾਰੀ ਕਰਵਾ ਰਹੀ ਹੈ। ਅਸਲ ਦੇ ਵਿੱਚ ਕਹਿੰਦੇ ਕੇਂਦਰ ਸਰਕਾਰ ਮੈਨੂੰ ਡਰਾ ਰਹੀ ਹੈ, ਧਮਕਾ ਰਹੀ ਹੈ, ਮੈਨੂੰ ਧਮਕੀਆਂ ਦੇ ਰਹੀ ਹੈ, ਪਰ ਇਹ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਇਹਦਾ ਮੇਰੇ ਤੇ ਮੇਰੇ ਪਰਿਵਾਰ ਤੇ ਕੋਈ ਅਸਰ ਪੈਣ ਵਾਲਾ ਨਹੀਂ। ਉਹ ਕਹਿੰਦੇ ਮੇਰੇ ਹਲਕੇ ਦੇ ਲੋਕ ਮੇਰੇ ਨਾਲ ਡਟ ਕੇ ਖੜੇ ਆ, ਕਿੰਨਾ ਕੁ ਮੈਨੂੰ ਪਿਆਰ ਕਰਦੇ ਆ, ਆ ਚੋਣਾਂ ਤੋਂ ਬਾਅਦ ਵਿਰੋਧੀਆਂ ਨੂੰ ਇਸ ਗੱਲ ਦਾ ਜਵਾਬ ਮਿਲ ਜੂ। ਪਰ ਹੁਣ ਸਵਾਲ ਪੈਦਾ ਹੁੰਦਾ ਕਿ ਇੱਕ ਵਾਰੀ ਇੱਕ ਪਾਸੇ ਛਾਪੇਮਾਰੀ ਹੈ, ਦੂਸਰੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਇਹ ਬਿਆਨ ਹੈ। ਕੀ ਸੱਚਮੁੱਚ ਇਹ ਕਾਰਵਾਈ, ਇਹ ਛਾਪੇਮਾਰੀ ਬਦਲਾ ਲਊ ਅਧੀਨ ਹੈ? ਕਿਉਂਕਿ ਜਿਸ ਤਰੀਕ ਨੂੰ ਰਾਹੋਂ ਦੇ ਵਿੱਚ ਇਹ ਮੁਕੱਦਮਾ ਦਰਜ ਹੁੰਦਾ ਹੈ, ਉਸ ਵਕਤ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਨਹੀਂ। ਤਫਤੀਸ਼ ਕੀਤੀ ਗਈ, ਜਾਂਚ ਪੜਤਾਲ ਕੀਤੀ ਗਈ, ਤੁਹਾਡੀ ਸਾਲੀ ਦੇ ਮੁੰਡੇ ਦਾ ਨਾਮ ਉਹਦੇ ਵਿੱਚ ਆ ਗਿਆ। ਔਰ ਜਦੋਂ ਛਾਪੇਮਾਰੀ ਕੀਤੀ ਗਈ, ਜਿਹੜਾ ਆ ਕਰੋੜਾਂ ਰੁਪਈਆ ਕਹਿੰਦੇ ਨੇ, ਤੇ ਇਹਦਾ ਜਵਾਬ ਵੀ ਮਿਲ ਜਾਣਾ ਚਾਹੀਦਾ ਹੈ ਕਿ ਇੱਕ ਘਰ ਦੇ ਵਿੱਚ 4 ਕਰੋੜ ਰੁਪਈਆ ਨਕਦ ਕਾਹਦਾ ਆਇਆ ਸੀ? ਕੋਈ ਜ਼ਮੀਨ ਵੇਚੀ ਸੀ, ਕੋਈ ਪ੍ਰਾਪਰਟੀ ਵੇਚੀ ਸੀ, ਕਿਤੋਂ ਤਾਂ ਪੈਸਾ ਇਹ ਆਇਆ ਹੋਣਾ। ਤੇ ਨਾਲ ਹੀ ਹਰੇਕ ਮੁੱਦੇ ਤੇ ਇਹ ਕਹਿ ਦੇਣਾ ਕਿ ਮੈਂ ਇੱਕ ਦਲਿਤ ਪਰਿਵਾਰ ਦਾ ਵਿਅਕਤੀ ਹਾਂ, ਇਸ ਕਰਕੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਆਪਣੇ ਨਾਲ ਜੋੜਨ ਦੇ ਵਾਸਤੇ ਤਾਂ ਨਹੀਂ ਕਿਤੇ ਇਹ ਬਿਆਨ ਦੇ ਦਿੱਤਾ ਜਾਂਦਾ ਕਿ ਮੈਂ ਭਾਈ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿੱਚੋਂ ਉੱਠਿਆ ਸੀ, ਆ ਮੈਨੂੰ ਜਾਣਬੁੱਝ ਕੇ ਦਬਾਇਆ ਜਾ ਰਿਹਾ। ਤੇ ਸ਼ਾਇਦ ਇੱਕ ਬਿਆਨ ਤੁਹਾਡਾ ਵੀ, ਭਗਵੰਤ ਮਾਨ ਦਾ ਵੀ, ਤੇ ਕਈ ਹੋਰ ਨਾ ਆਗੂਆਂ ਦਾ ਵੀ ਇੱਥੇ ਕੋਟ ਕਰਨਾ ਬਣਦਾ ਹੈ। ਜਿਸ ਦਿਨ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ FIR ਦਰਜ ਹੁੰਦੀ ਹੈ, ਉਹ ਰੂਪੋਸ਼ ਹੋ ਜਾਂਦੇ ਹੈ। ਤੁਸੀਂ ਵੀ ਤੇ ਕੁਝ ਹੋਰ ਨਾ ਆਗੂਆਂ ਨੇ ਆਖਿਆ ਸੀ ਕਿ ਜੇ ਸੱਚਾ ਤਾਂ ਅਦਾਲਤ ਦੇ ਵਿੱਚ ਸਬੂਤ ਲੈ ਕੇ ਪੇਸ਼ ਹੋਵੇ ਕਿ ਮੈਨੂੰ ਖਾਮਖਾ ਫਸਾਇਆ ਜਾ ਰਿਹਾ ਹੈ। ਪਰ ਹੁਣ ਤੁਹਾਨੂੰ ਵੀ ਘਬਰਾਉਣ ਦੀ ਕਿਹੜੀ ਜ਼ਰੂਰਤ, ਜੇ ਤੁਸੀਂ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਕਰੀਬੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਵਿੱਚ ਕੋਈ ਉਹਨਾਂ ਦਾ ਲੈਣ ਦੇਣ ਹੈ ਹੀ ਨਹੀਂ। ਫਿਰ ਦਿਓ ਸਬੂਤ, ਮਾਰ ਲੈਣ ਛਾਪੇ, ਜਿੰਨੇ ਮਰਜ਼ੀ ਛਾਪੇ ਵੱਜ ਜਾਣ, ਤੁਹਾਡੇ ਘਰੋਂ ਤਾਂ ਫੁੱਟੀ ਕੌਡੀ ਨਾ ਮਿਲੇ। ਹੁਣ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਹੈ ਕਿ ਜਦ ਦੂਸਰੇ ਦੇ ਘਰ ਲੱਗਦੀ ਆ ਉਹ ਬਸੰਤਰ ਦੇਵਤਾ, ਜਦੋਂ ਆਪਣੇ ਘਰ ਲੱਗਦੀ ਆ ਤਾਂ ਉਹ ਅੱਗ ਹੈ। ਸੋ ਮੈਨੂੰ ਲੱਗਦਾ ਕਿ ਈਡੀ ਛਾਪਿਆਂ ਦਾ, ਮੈਨੂੰ ਲੱਗਦਾ ਨਾ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮਲਾਲ ਹੋਣਾ ਚਾਹੀਦਾ ਤੇ ਨਾ ਉਹਨਾਂ ਦੇ ਕਰੀਬੀ ਰਿਸ਼ਤੇਦਾਰਾਂ ਨੂੰ, ਜੇਕਰ ਉਹ ਸੱਚਮੁੱਚ ਸੱਚੇ ਹੈ, ਜੇਕਰ ਗੈਰ ਕਾਨੂੰਨੀ ਕਾਰਵਾਈਆਂ ਦੇ ਵਿੱਚ ਸ਼ਾਮਲ ਨਹੀਂ। ਖੈਰ, ਜੇ ਸੱਚਮੁੱਚ ਇਹ ਬਦਲਾ ਲਊ ਕਾਰਵਾਈ ਹੈ ਤਾਂ ਇਹ ਅਤ ਨਿੰਦਣਯੋਗ ਹੈ, ਇਹ ਨਹੀਂ ਹੋਣਾ ਚਾਹੀਦਾ। ਤੇ ਹੁਣ ਮੈਂ ਆਪਣਾ ਫਰਜ਼ ਸਮਝਦਾ, ਪੰਜਾਬ ਦੇ ਵਿੱਚ ਚੋਣਾਂ ਨੇ, ਮੈਂ ਕੱਲ ਵੀ ਟੂਕ ਮਾਤਰ ਜ਼ਿਕਰ ਕੀਤਾ ਸੀ ਕਿ ਕਿੰਨੇ ਫੀਸਦੀ ਕਿਹੜੀ ਪਾਰਟੀ ਨੇ ਦੂਸਰੀ ਪਾਰਟੀ ਦੇ ਵਿੱਚੋਂ ਆਏ ਉਮੀਦਵਾਰਾਂ ਨੂੰ ਟਿਕਟ ਦਿੱਤੀ। ਤੁਹਾਡੇ ਵਿੱਚੋਂ ਕਈਆਂ ਦੇ ਸੁਨੇਹੇ ਆਏ ਕਿ ਕਈਆਂ ਦੇ ਨਾਮ ਹੀ ਲੈ ਦਿਓ। ਦਲ ਬਦਲੀਆਂ ਸਿਖਰਾਂ ਤੇ ਨੇ ਤੇ ਪਾਰਟੀ ਕੋਈ ਵੀ ਅਛੂਤੀ ਨਹੀਂ। ਹੁਣ ਤੁਸੀਂ ਦੇਖੋ ਕਿ ਕੋਈ ਪਾਰਟੀ ਬਾਂਹ ਕੱਢ ਕੇ ਕਹਿ ਸਕਦੀ ਹੈ ਕਿ ਦੂਸਰੀ ਪਾਰਟੀ ਦੇ ਵਿੱਚੋਂ ਕੁਝ ਲੋਕ ਆਏ, ਕੁਝ ਆਗੂ ਆਏ, ਅਸੀਂ ਪਾਰਟੀ 'ਚ ਤਾਂ ਸ਼ਾਮਲ ਕਰ ਲਏ, ਪਰ ਉਹਨਾਂ ਨੂੰ ਪਹਿਲੇ ਦਿਨ ਦੱਸ ਦਿੱਤਾ ਕਿ ਆਓ ਜੀ ਆਇਆਂ ਨੂੰ, ਪਰ ਟਿਕਟ ਦੀ ਝਾਕ ਰੱਖ ਕੇ ਜੀ ਆਇਓ, ਟਿਕਟ ਨਹੀਂ ਮਿਲਣੀ। ਟਿਕਟ ਅਸੀਂ ਆਪਣੇ ਉਹਨਾਂ ਬੰਦਿਆਂ ਨੂੰ ਦੇਵਾਂਗੇ ਜਿਹੜੇ 10 ਸਾਲ ਤੋਂ, 15 ਸਾਲ ਤੋਂ, 20 ਸਾਲ ਤੋਂ ਤੱਪੜ ਝਾੜ ਰਹੇ ਨੇ, ਪੋਸਟਰ ਲਾ ਰਹੇ ਨੇ, ਰੈਲੀਆਂ 'ਚ ਇਕੱਠ ਕਰ ਰਹੇ ਨੇ, ਪਰ ਇੰਜ ਕੋਈ ਨਹੀਂ ਹੋਇਆ। ਤੇ ਇਹ ਟਿਕਟਾਂ ਜਿਹੜੀਆਂ ਹਲੇ ਵੰਡਣੀਆਂ ਕੁਝ ਬਾਕੀ ਵੀ ਨੇ ਕਈਆਂ ਪਾਰਟੀਆਂ ਦੇ ਵੱਲੋਂ। 80 ਕੁ ਤਾਂ ਉਮੀਦਵਾਰ ਉਹ ਨੇ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ 'ਚੋਂ ਆਇਆਂ ਨੂੰ ਟਿਕਟਾਂ ਕਈ ਪਾਰਟੀਆਂ ਨੇ ਦੇ ਦਿੱਤੀਆਂ ਨੇ, ਪਰ ਹਲੇ ਕਈਆਂ ਨੇ ਟਿਕਟਾਂ ਦੇਣੀਆਂ ਨੇ। ਇਹ ਗਿਣਤੀ ਵੱਧ ਜਾਣ ਦੀ ਸੰਭਾਵਨਾ ਹੈ। ਪਰ ਸਾਰੇ ਉਹ ਉਮੀਦਵਾਰ ਪਾਰਟੀਆਂ ਉਤਾਰ ਰਹੀਆਂ ਨੇ ਚੋਣ ਮੈਦਾਨ ਵਿੱਚ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਜਿੱਤਣ ਵਾਲੇ ਨੇ, ਭਾਵ ਉਹ ਸੱਤਾ ਪ੍ਰਾਪਤ ਕਰਨਾ ਚਾਹੁੰਦੀਆਂ ਨੇ। ਇਸ ਕਰਕੇ ਦਲ ਬਦਲੂਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਕੋਈ ਇੱਕ ਪਾਰਟੀ ਨਹੀਂ, ਮੈਂ ਫਿਰ ਦੱਸ ਦਿਆਂ ਕਿ ਛੜੱਪੇ ਮਾਰਨ ਵਾਲਿਆਂ ਨੂੰ ਤਕਰੀਬਨ ਸਾਰੀਆਂ ਪਾਰਟੀਆਂ ਟਿਕਟਾਂ ਦੇ ਰਹੀਆਂ ਨੇ। ਹੁਣ ਕਈਆਂ ਨੇ ਤਾਂ ਦੇਰ ਹੀ ਨਹੀਂ ਲਾਈ, ਇੱਧਰ ਟਿਕਟਾਂ ਦੀ ਵੰਡ ਹੋਈ, ਟਿਕਟ ਮਿਲੀ ਨਹੀਂ, ਛੜੱਪਾ ਮਾਰਿਆ ਦੂਸਰੀ 'ਚ। ਆ ਕਈਆਂ ਨੇ ਆਸ਼ੂ ਬਾਂਗੜ ਵਰਗਿਆਂ ਤਾਂ ਹੋਰ ਵੀ ਕਮਾਲ ਕਰ ਦਿੱਤੀ ਸੀ, ਟਿਕਟ ਵੀ ਮਿਲੀ ਹੋਈ ਤਾਂ ਵੀ ਛੜੱਪਾ ਮਾਰਿਆ ਕਾਂਗਰਸ 'ਚ। ਕਈਆਂ ਨੇ ਤਾਂ ਸੱਚਰ ਵਰਗਿਆਂ ਨੇ ਇਹ ਵੀ ਕਮਾਲ ਕਰ ਦਿੱਤੀ ਸੀ, ਟਿਕਟ ਨਹੀਂ ਮਿਲੀ, ਤੋਲਾ ਤੇ ਕਦੀ ਮਾਸਾ,
ਪਾਰਟੀ ਛੱਡੀ ਭਾਜਪਾ 'ਚ, ਦੂਸਰੇ ਦਿਨ ਫੇਰ ਕਾਂਗਰਸ 'ਚ, ਬਲਵਿੰਦਰ ਲਾਡੀ ਵਰਗੇ 6 ਦਿਨਾਂ ਬਾਅਦ ਮੁੜ ਆਏ ਸੀ। ਪਰ ਜਿਹੜੇ ਹੁਣ ਤੱਕ ਵੱਖੋ ਵੱਖ ਥਾਵਾਂ ਤੋਂ ਜਾਣਕਾਰੀ ਇਕੱਤਰ ਕੀਤੀ ਹੈ, ਉਹਦੇ ਮੁਤਾਬਕ ਵੱਖੋ ਵੱਖ ਸਿਆਸੀ ਪਾਰਟੀਆਂ ਨੇ ਕਰੀਬ 80 ਉਮੀਦਵਾਰ ਇਸ ਤਰ੍ਹਾਂ ਦੇ ਚੋਣ ਮੈਦਾਨ ਵਿੱਚ ਉਤਾਰੇ ਹੈ, ਜਿਹੜੇ ਦੂਸਰੀਆਂ ਪਾਰਟੀਆਂ 'ਚੋਂ ਆਏ ਹੈ, ਜਿਨ੍ਹਾਂ ਨੇ ਦਲ ਬਦਲੀ ਕੀਤੀ ਹੈ। ਇਹਨਾਂ ਵਿੱਚ ਉਹ ਚਿਹਰੇ ਵੀ ਸ਼ਾਮਲ ਨੇ ਜਿਹੜੇ ਕਾਫੀ ਸਮਾਂ ਪਹਿਲਾਂ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਗਏ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੁੱਲ 94 ਉਮੀਦਵਾਰ ਐਲਾਨੇ ਨੇ। ਉਹਨਾਂ ਵਿੱਚੋਂ 30 ਉਮੀਦਵਾਰ ਉਹ ਨੇ ਜਿਹੜੇ ਟਕਸਾਲੀ ਅਕਾਲੀ ਨਹੀਂ, ਭਾਵ ਉਹਨਾਂ ਦੀ ਮੂਲ ਪਾਰਟੀ ਕੋਈ ਹੋਰ ਹੋਇਆ ਕਰਦੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਆਪਣੇ ਪਾਰਟੀ ਵਿੱਚ ਆਉਣ ਤੋਂ ਬਾਅਦ ਟਿਕਟਾਂ ਦਿੱਤੀਆਂ ਨੇ। ਹੁਣ ਤੁਸੀਂ ਦੇਖੋ ਕਿ ਟਿਕਟਾਂ ਦੇ ਦਾਅਵੇ ਤਾਰ ਤਾਂ ਉਹਨਾਂ ਦੀ ਪਾਰਟੀ ਵਿੱਚ ਵੀ ਹੋਣਗੇ, ਤੇ ਕਾਂਗਰਸ ਵੀ ਘੱਟ ਨਹੀਂ। ਕਾਂਗਰਸ ਨੇ ਕੁੱਲ 86 ਉਮੀਦਵਾਰ ਹਾਲੇ ਤੱਕ ਐਲਾਨੇ ਨੇ। ਉਹਨਾਂ ਵਿੱਚੋਂ 17 ਟਕਸਾਲੀ ਕਾਂਗਰਸੀ ਨਹੀਂ, ਉਹ ਕੋਈ ਸ਼੍ਰੋਮਣੀ ਅਕਾਲੀ ਦਲ ਚੋਂ ਆਇਆ, ਕੋਈ ਭਾਜਪਾ ਚੋਂ ਆਇਆ, ਕੋਈ ਆਮ ਆਦਮੀ ਪਾਰਟੀ ਵਿੱਚੋਂ ਆਇਆ, ਪਰ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਨੇ। ਭਾਜਪਾ ਦੀ ਗੱਲ ਕਰਾਂ ਤਾਂ ਉਹਨਾਂ ਵਿੱਚ ਤਾਂ ਬਹੁਤੇ ਆਗੂ ਬੀਤੇ ਕੁਝ ਹਫ਼ਤਿਆਂ ਤੋਂ ਉਹ ਨੇ ਜਿਹੜੇ ਵੱਖੋ ਵੱਖ ਪਾਰਟੀਆਂ ਚੋਂ ਜਾ ਰਹੇ ਨੇ। ਉਹਨਾਂ ਤਾਂ ਮਿਕਸ ਵੈਜੀਟੇਬਲ ਬਣਾਇਆ ਪਿਆ, ਹਲੇ ਉਹਨਾਂ ਨੇ ਟਿਕਟਾਂ ਵੰਡਣੀਆਂ ਨੇ। ਤੇ ਇਸੇ ਹੀ ਦੌਰਾਨ ਆਪਾਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਾਂਗੇ। ਆਮ ਆਦਮੀ ਪਾਰਟੀ ਦੇ ਵੀ ਕਰੀਬ 33 ਉਮੀਦਵਾਰ ਨੇ ਜਿਹੜੇ ਦਲ ਬਦਲੀ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਆਏ ਹੋਏ ਨੇ, ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ, ਤੇ ਟਿਕਟਾਂ ਦਾ ਇਹ 30% ਬਣਦੇ ਆ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਨਜ਼ਰ ਮਾਰਾਂ ਤਾਂ ਮੋਹਾਲੀ ਤੋਂ ਕੁਲਵੰਤ ਸਿੰਘ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ, ਫਿਰ ਆਪ ਉਹ ਆਜ਼ਾਦ, ਤੇ ਹੁਣ ਆਪ ਦੇ। ਲੁਧਿਆਣਾ ਪੂਰਬੀ ਤੋਂ ਦਲਜੀਤ ਭੋਲਾ, ਪਹਿਲਾਂ ਸ਼੍ਰੋਮਣੀ ਅਕਾਲੀ ਦਲ 'ਚ, ਫਿਰ ਲੋਕ ਇਨਸਾਫ ਪਾਰਟੀ 'ਚ, ਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ। ਜ਼ੀਰਾ ਤੋਂ ਨਰੇਸ਼ ਕਟਾਰੀਆ, ਪਹਿਲਾਂ ਕਾਂਗਰਸ 'ਚ, ਫਿਰ ਸ਼੍ਰੋਮਣੀ ਅਕਾਲੀ ਦਲ 'ਚ, ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ। ਖੇਮਕਰਨ ਤੋਂ ਸਵਰਨ ਸਿੰਘ ਧੁੰਨ, ਪਹਿਲਾਂ ਅਕਾਲੀ, ਫਿਰ ਕਾਂਗਰਸੀਏ, ਤੇ ਹੁਣ ਆਮ ਆਦਮੀ ਪਾਰਟੀ 'ਚ। ਇਸੇ ਤਰ੍ਹਾਂ ਅਮਰਗੜ੍ਹ ਤੋਂ ਜਸਵੰਤ ਸਿੰਘ, ਪਹਿਲਾਂ ਅਕਾਲੀ ਦਲ 'ਚ, ਫਿਰ ਉਹ ਕਾਂਗਰਸੀ ਹੋਏ, ਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ। ਲੁਧਿਆਣਾ ਉੱਤਰੀ ਤੋਂ ਮਦਨ ਲਾਲ, ਪਹਿਲਾਂ ਕਾਂਗਰਸੀਏ, ਫਿਰ ਅਕਾਲੀ, ਅਤੇ ਹੁਣ ਆਮ ਆਦਮੀ ਪਾਰਟੀ ਦੇ ਬਣ ਗਏ, ਉਹਨਾਂ ਨੇ ਉਮੀਦਵਾਰ ਬਣਾਇਆ। ਇਸੇ ਤਰ੍ਹਾਂ ਕਾਦੀਆਂ ਤੋਂ ਜਗਰੂਪ ਸਿੰਘ ਸੇਖਵਾਂ, ਪਹਿਲਾਂ ਅਕਾਲੀ, ਫਿਰ ਟਕਸਾਲੀ, ਫਿਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ 'ਚ, ਅਤੇ ਹੁਣ ਆਮ ਆਦਮੀ ਪਾਰਟੀ ਦੇ। ਬਠਿੰਡਾ ਦਿਹਾਤੀ ਤੋਂ, ਫਾਜ਼ਿਲਕਾ ਤੋਂ, ਮਜੀਠਾ ਤੋਂ, ਬੰਗਾ ਤੋਂ, ਫਗਵਾੜਾ ਤੋਂ, ਜਲਾਲਾਬਾਦ ਤੋਂ, ਰਾਏਕੋਟ ਤੋਂ, ਆਤਮ ਨਗਰ ਲੁਧਿਆਣਾ ਤੋਂ, ਪੈਲ ਤੋਂ, ਗੁਰਦਾਸਪੁਰ ਤੋਂ, ਲੁਧਿਆਣਾ ਕੇਂਦਰੀ ਤੋਂ, ਲੁਧਿਆਣਾ ਪੱਛਮੀ ਤੋਂ, ਉਹ ਉਮੀਦਵਾਰ ਵੀ ਸਾਰੇ ਉਹ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਦੂਸਰੀਆਂ ਧਿਰਾਂ ਚੋਂ, ਦੂਸਰੀਆਂ ਪਾਰਟੀਆਂ ਚੋਂ ਆਏ ਨੇ, ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ, ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ। ਕਾਂਗਰਸ ਨੇ ਵੀ ਐਸੀ ਤਰ੍ਹਾਂ ਕੀਤਾ। ਕਾਂਗਰਸ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਰੁਪਿੰਦਰ ਰੂਬੀ ਨੂੰ ਮਲੋਟ ਤੋਂ, ਸੁਖਪਾਲ ਖਹਿਰਾ ਨੂੰ ਭਲੱਥ ਤੋਂ ਉਮੀਦਵਾਰ ਬਣਾਇਆ ਹੈ। ਹਾਲਾਂਕਿ ਸੁਖਪਾਲ ਖਹਿਰਾ ਪਹਿਲਾਂ ਕਾਂਗਰਸ 'ਚ ਹੁੰਦੇ ਸੀ, ਫਿਰ ਉਹ ਆਪ 'ਚ ਚਲੇ ਗਏ, ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ, ਫਿਰ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀ। ਲੁਧਿਆਣਾ ਆਤਮ ਨਗਰ ਤੋਂ ਕਮਲਜੀਤ ਕੜਵਲ, ਪਹਿਲਾਂ ਸ਼੍ਰੋਮਣੀ ਅਕਾਲੀ ਦਲ 'ਚ, ਫਿਰ ਲੋਕ ਇਨਸਾਫ ਪਾਰਟੀ 'ਚ, ਫਿਰ ਅਕਾਲੀ ਦਲ 'ਚ, ਤੇ ਫਿਰ ਕਾਂਗਰਸ 'ਚ। ਤੁਸੀਂ ਦੇਖੋ ਛੜੱਪਾ ਹੀ ਨੇ, ਟਿਕਦੇ ਕਿਤੇ ਹੀ ਹੈ ਨਹੀਂ ਗੇ। ਇਹਨਾਂ ਤੋਂ ਬਾਅਦ ਹਲਕਾ ਨਿਹਾਲ ਸਿੰਘ ਵਾਲਾ ਤੇ ਜੇਕਰ ਨਜ਼ਰ ਮਾਰੀਏ ਤਾਂ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੇ ਉਮੀਦਵਾਰ ਭੁਪਿੰਦਰ ਸਾਹੋਕੇ, ਪਹਿਲਾਂ ਅਕਾਲੀ ਸੀ, ਜਿਹੜੇ ਕਾਂਗਰਸੀ ਉਮੀਦਵਾਰਾਂ ਦੀ ਮੂਲ ਪਾਰਟੀ ਨਹੀਂ, ਪਹਿਲਾਂ ਕਿਸੇ ਹੋਰ ਪਾਰਟੀ ਚੋਂ ਆਏ, ਕਾਂਗਰਸ ਨੇ ਉਹਨਾਂ ਨੂੰ ਵੀ ਟਿਕਟਾਂ ਨਾਲ ਨਵਾਜਿਆ ਹੋਇਆ। ਉਹਨਾਂ ਵਿੱਚ ਮਨਪ੍ਰੀਤ ਬਾਦਲ ਵੀ ਨੇ, ਉਹਨਾਂ 'ਚ ਗੁਰਪ੍ਰੀਤ ਸਿੰਘ ਜੇਪੀ ਵੀ ਨੇ, ਉਹਨਾਂ 'ਚ ਗੁਰਪ੍ਰੀਤ ਕਾਂਗੜ ਵੀ ਨੇ, ਉਹਨਾਂ 'ਚ ਕੁਸ਼ਲਦੀਪ ਕਿੱਕੀ ਢਿੱਲੋਂ ਵੀ ਨੇ, ਉਹਨਾਂ 'ਚ ਕਾਕਾ ਲੋਹਗੜ੍ਹ ਵੀ ਹੈ, ਉਹਨਾਂ 'ਚ ਪ੍ਰਗਟ ਸਿੰਘ ਵੀ ਨੇ, ਉਹਨਾਂ 'ਚ ਇੰਦਰਵੀਰ ਬੁਲਾਰੀਆ ਵੀ ਨੇ, ਉਹਨਾਂ 'ਚ ਹਰਮਿੰਦਰ ਗਿੱਲ ਵੀ ਨੇ, ਉਹਨਾਂ 'ਚ ਪ੍ਰੀਤਮ ਕੋਟਭਾਈ ਵੀ ਨੇ, ਨਵਜੋਤ ਸਿੰਘ ਸਿੱਧੂ ਵੀ ਜਿਹੜੇ ਪ੍ਰਧਾਨ ਨੇ ਇਹਨਾਂ ਦੇ। ਇਹ ਸਾਰੇ ਦੇ ਸਾਰੇ ਹੋਰਨਾਂ ਪਾਰਟੀਆਂ 'ਚੋਂ ਆਏ ਨੇ। ਕੋਈ 5 ਸਾਲ ਪਹਿਲਾਂ ਆ ਗਿਆ, ਕੋਈ ਕੁਝ ਸਮਾਂ ਪਹਿਲਾਂ ਆ ਗਿਆ। ਇਹ ਸਾਰੇ ਇਸੇ ਹੀ ਕਤਾਰ 'ਚ ਆਉਂਦੇ ਆ। ਸ਼੍ਰੋਮਣੀ ਅਕਾਲੀ ਦਲ ਵੀ ਘੱਟ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਵੀ ਕੋਈ ਕਾਂਗਰਸ 'ਚੋਂ ਆਇਆ, ਉਹਨੂੰ ਵੀ ਜੀ ਆਇਆਂ ਨੂੰ, ਕੋਈ ਆਮ ਆਦਮੀ ਪਾਰਟੀ 'ਚੋਂ ਆਇਆ, ਉਹਨੂੰ ਵੀ ਜੀ ਆਇਆਂ ਨੂੰ। ਪਹਿਲਾਂ ਮੌੜ ਵਾਲੇ ਪਾਸੇ ਮਾਰੇ ਉਹਨੇ ਚੱਕਰ,
ਮੌੜ ਤੋਂ ਜਿਹੜੇ ਉਮੀਦਵਾਰ ਬਣਾਏ ਨੇ, ਜਗਮੀਤ ਬਰਾੜ ਪਹਿਲਾਂ ਕਾਂਗਰਸ 'ਚ ਸੀ, ਫਿਰ ਤ੍ਰਿਣਮੂਲ ਕਾਂਗਰਸ ਚਲੇ ਗਏ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨੇ ਤੇ ਉਹਨਾਂ ਨੇ ਆਪਣਾ ਉਮੀਦਵਾਰ ਬਣਾਇਆ ਹੋਇਆ ਹੈ। ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਜਗਬੀਰ ਬਰਾੜ, ਪਹਿਲਾਂ ਅਕਾਲੀ ਦਲ 'ਚ, ਫਿਰ ਮਨਪ੍ਰੀਤ ਬਾਦਲ ਦੇ ਨਾਲ ਪੀਪਲਜ਼ ਪਾਰਟੀ ਆਫ ਪੰਜਾਬ 'ਚ, ਫਿਰ ਉੱਥੇ ਵੀ ਗੱਲ ਨਾ ਬਣੀ, ਫਿਰ ਕਾਂਗਰਸ 'ਚ, ਹੁਣ ਮੁੜ ਅਕਾਲੀ ਦਲ 'ਚ ਨੇ। ਬਟਾਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਬਣਾਏ ਹੋਏ ਨੇ ਸੁੱਚਾ ਸਿੰਘ ਛੋਟੇਪੁਰ, ਪਹਿਲਾਂ ਅਕਾਲੀ ਦਲ 'ਚ, ਫਿਰ ਮਾਨ ਦਲ 'ਚ, ਫਿਰ ਆਮ ਆਦਮੀ ਪਾਰਟੀ 'ਚ, ਫਿਰ ਆਪਣੀ ਪਾਰਟੀ, ਆ ਹੁਣ ਫਿਰ ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਦੇ ਉਮੀਦਵਾਰ ਨੇ। ਅਨਿਲ ਜੋਸ਼ੀ ਅਕਾਲੀਆਂ ਦੇ ਨਾਲ, ਖਾਸ ਕਰਕੇ ਵਿਕਰਮ ਮਜੀਠੀਆ ਦੇ ਨਾਲ ਕੱਚੀ ਘੜੀ ਨਹੀਂ ਸੀ ਬਣਦੀ, ਭਾਰਤੀ ਜਨਤਾ ਪਾਰਟੀ ਵਿੱਚ ਸੀ, ਭਾਰਤੀ ਜਨਤਾ ਪਾਰਟੀ ਛੱਡੀ ਤੇ ਹੁਣ ਅਕਾਲੀ ਦਲ ਦੇ ਉਮੀਦਵਾਰ। ਅਬੋਹਰ ਤੋਂ, ਫਾਜ਼ਿਲਕਾ ਤੋਂ ਜਿਹੜੇ ਉਮੀਦਵਾਰ ਅਕਾਲੀਆਂ ਦੇ ਨੇ, ਪਹਿਲਾਂ ਉਹ ਕਾਂਗਰਸ 'ਚ ਹੁੰਦੇ ਸੀ। ਇਸ ਕਰਕੇ ਕੋਈ ਵੀ ਪਾਰਟੀ ਹਾਲੇ ਤੱਕ ਇਹ ਬਾਂਹ ਕੱਢ ਕੇ ਨਹੀਂ ਆਖ ਸਕਦੀ ਕਿ ਉਹਨਾਂ ਨੇ ਸਿਰਫ ਆਪਣੇ ਵਲੰਟੀਅਰਾਂ ਨੂੰ, ਆਪਣੇ ਸਥਾਨਕ ਆਗੂ ਨੂੰ ਟਿਕਟਾਂ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਹੋਵੇ। ਇਹ ਆਖਿਆ ਜਾ ਸਕਦਾ ਹੈ ਕਿ ਜਿਹੜੇ ਆਪਣਿਆਂ ਨੇ ਠੁਕਰਾਏ, ਉਹ ਬੇਗਾਨਿਆਂ ਨੇ ਗਲ ਲਾਏ। ਪਰ ਇਹਨਾਂ ਤੇ ਵਿਸ਼ਵਾਸ ਕਿਵੇਂ ਕੀਤਾ ਜਾਵੇ? ਜੇ ਕੱਲਾ ਨੂੰ ਮੰਨ ਲਓ 2-4 ਸੀਟਾਂ ਇੱਧਰ ਉੱਧਰ ਹੋ ਗਈਆਂ, ਮੰਨ ਲਓ ਜਿਹੜੇ ਕਾਂਗਰਸ 'ਚੋਂ ਆਏ ਨੇ, ਕਾਂਗਰਸ ਨੂੰ 59 ਦਾ ਅੰਕੜਾ ਪ੍ਰਾਪਤ ਨਹੀਂ ਹੁੰਦਾ, 55 ਤੇ ਰਹਿ ਗਏ, ਕਿਤੇ ਫਿਰ ਪਾਰਟੀ ਦਾ ਮੋਹ ਤਾਂ ਨਹੀਂ ਜਾ ਗਿਆ? ਇਸੇ ਤਰ੍ਹਾਂ ਜੇ ਅਕਾਲੀਆਂ ਨੂੰ ਇੱਧਰ 5-4 ਸੀਟਾਂ ਦੀ ਲੋੜ ਪਈ, ਕਿਤੇ ਕਾਂਗਰਸ ਵਾਲਿਆਂ ਨੂੰ ਮੋਹ ਤਾਂ ਨਹੀਂ ਜਾ ਗਿਆ ਚਲੋ ਉੱਧਰ ਚੱਲੀਏ? ਇਹੀ ਜੇ ਆਪ ਦੀ ਸਥਿਤੀ ਬਣੀ, ਜਿਹੜੇ ਆਪ ਚੋਂ ਛੱਡ ਕੇ ਗਏ ਨੇ, ਕਿਤੇ ਦੁਬਾਰਾ ਤਾਂ ਨਹੀਂ ਆਪ 'ਚ ਆ ਜਾਣਗੇ? ਕਿਉਂਕਿ ਮਲਾਈਦਾਰ ਅਹੁਦੇ ਤਾਂ ਸਾਰੇ ਚਾਹੁੰਦੇ ਆ। ਹੁਣ ਇੱਥੋਂ ਇਹਨਾਂ ਦੀ ਵਿਚਾਰਧਾਰਾ ਦਾ ਵੀ ਪਤਾ ਲੱਗਦਾ ਕਿ ਜੇ ਟਿਕਟ ਮਿਲ ਜੇ ਤਾਂ ਪਾਰਟੀ ਚੰਗੀ, ਟਿਕਟ ਨਹੀਂ ਮਿਲੀ ਤਾਂ ਪਾਰਟੀ ਮੰਦੀ। ਸੋ ਇਹਨਾਂ ਤੇ ਲੋਕ ਕਿਵੇਂ ਵਿਸ਼ਵਾਸ ਕਰਨ? ਮੈਂ ਫਿਰ ਕਹਿੰਦਾ ਕਿ ਜਿਹੜੇ ਕਿਸੇ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਗਏ ਨੇ, ਚੋਣਾਂ ਵੇਲੇ ਖਾਸ ਤੌਰ ਤੇ ਉਹਨਾਂ ਦਾ ਖਿਆਲ ਜ਼ਰੂਰ ਰੱਖਿਓ। ਤੇ ਹੁਣ ਦਲ ਬਦਲੀਆਂ ਦਾ ਜ਼ੋਰ ਵੀ ਹੈ। ਹਰੇਕ ਪਾਰਟੀ, ਜਿਸ ਤਰ੍ਹਾਂ ਮੈਂ ਜ਼ਿਕਰ ਕਰਨੀ ਚਾਹੁੰਦੀ ਹੈ ਕਿ ਜਿੱਤਣ ਵਾਲਾ ਉਮੀਦਵਾਰ ਲਿਆ ਕੇ ਖੜਾ ਦਿੱਤਾ ਜਾਵੇ। ਹੁਣ ਕੈਪਟਨ ਅਮਰਿੰਦਰ ਸਿੰਘ ਵੱਲ ਪਟਿਆਲਾ ਸ਼ਹਿਰੀ ਹਲਕੇ ਤੇ ਨਜ਼ਰ ਮਾਰਦੇ ਹਾਂ। ਉੱਥੇ ਵੀ ਮੁਕਾਬਲਾ ਇਸ ਵਾਰ ਦਿਲਚਸਪ ਹੋ ਸਕਦਾ ਹੈ। ਕੋਈ ਕਹਿੰਦਾ ਸੀ ਤਿਕੋਣਾ ਹੋ ਸਕਦਾ, ਕੋਈ ਕਹਿੰਦਾ ਚੌਂਕੋਣਾ ਹੋ ਸਕਦਾ। ਇਹ ਤਾਂ ਬਾਅਦ 'ਚ ਪਤਾ ਲੱਗਣਾ, ਪਰ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਉਹਨਾਂ ਦੇ ਅਨੁਸਾਰ ਇਹ ਦਿਲਚਸਪੀ ਵਾਲਾ ਹਲਕਾ ਜ਼ਰੂਰ ਬਣ ਗਿਆ। ਜਿਹੜੇ ਮੌਜੂਦਾ ਹਾਲਾਤ ਨੇ ਉਹ ਕਾਫੀ ਬਦਲੇ ਨੇ, ਸਮੀਕਰਨ ਬਦਲੇ ਨਜ਼ਰ ਆ ਰਹੇ ਨੇ, ਕਿਉਂਕਿ ਇਹ ਹਲਕਾ ਹੌਟ ਸੀਟ ਬਣੀ ਰਹਿਣੀ ਹੈ। 4 ਵਾਰ ਇਸ ਸੀਟ ਨੂੰ ਜਿੱਤਣ ਵਾਲੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਇਸ ਵਾਰ ਜਿੱਤ ਦਾ ਰਾਹ ਸੁਖਾਲਾ ਨਹੀਂ ਹੋਣਾ। ਇਹਦੇ ਵਿੱਚ ਕਾਰਨ ਇਹ ਹੈ ਕਿ ਇੱਕ ਤਾਂ ਕਾਂਗਰਸ ਉਹਨਾਂ ਨੇ ਛੱਡ ਦਿੱਤੀ ਹੈ। ਕਾਂਗਰਸ ਦਾ ਰਵਾਇਤੀ ਵੋਟ ਬੈਂਕ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡ ਕੇ ਕਾਂਗਰਸ ਤੇ ਉਮੀਦਵਾਰ ਦੇ ਹੱਕ 'ਚ ਭੁਗਤ ਸਕਦਾ ਹੈ, ਜਦਕਿ ਮੋਤੀ ਮਹਿਲ ਦਾ ਰਵਾਇਤੀ ਵੋਟ ਬੈਂਕ ਹੈ, ਜਿਹੜਾ ਰਵਾਇਤੀ ਵੋਟਰ ਹੈ, ਖਾਸ ਕਰਕੇ ਹਿੰਦੂ ਵੋਟਰ ਹੈ, ਉਹ ਹਿੰਦੂ ਵੋਟਰ ਹਰਪਾਲ ਜਨੇਜਾ ਦੇ ਹੱਕ ਵਿੱਚ ਭੁਗਤਣ ਦੀਆਂ ਕਾਇਸ ਰਾਈਆਂ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਾਬਕਾ ਮੇਅਰ ਅਜੀਤਪਾਲ ਕੋਹਲੀ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ। ਉਹਨਾਂ ਨੇ ਮੁਕਾਬਲਾ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ। ਹੁਣ ਉਹਨਾਂ ਤੋਂ ਬਾਅਦ ਕਾਂਗਰਸ ਪਾਰਟੀ ਨੇ ਵੀ ਪੱਤਾ ਹੀ ਖੇਡ ਦਿੱਤਾ, ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ, ਉਹਨਾਂ ਦਾ ਉਮੀਦਵਾਰ, ਕੈਪਟਨ ਅਮਰਿੰਦਰ ਦਾ ਵੋਟ, ਇਹ ਸਾਰਾ ਕੁਝ ਜੇਕਰ ਵੇਖਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ ਤਾਂ ਲੱਗਦਾ ਕਿ ਮੁਕਾਬਲਾ ਕਾਫੀ ਦਿਲਚਸਪ ਹੋ ਸਕਦਾ ਹੈ। ਹੁਣ ਕੈਪਟਨ ਦੇ ਪਾਲੇ ਦੇ ਵਿੱਚ ਜਿਹੜੀ ਪੱਕੀ ਮੰਨੀ ਜਾਣ ਵਾਲੀ ਸ਼ਹਿਰੀ ਵੋਟ ਸੀ, ਸ਼ਾਇਦ ਉਹਦੇ ਨਾਲ ਨਤੀਜਾ ਕੁਝ ਹੈਰਾਨੀਜਨਕ ਹੋ ਸਕਦਾ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਸਾਬਕਾ ਮੇਅਰ ਅਜੀਤਪਾਲ ਕੋਹਲੀ ਨੂੰ ਸ਼ਾਮਲ ਕਰਕੇ ਅਕਾਲੀ ਦਲ ਦੇ ਨਾਲੋਂ ਤੋੜ ਕੇ ਆਪਣੇ ਨਾਲ ਤੋਰ ਲਿਆ ਅਤੇ ਪਟਿਆਲਾ ਸ਼ਹਿਰੀ ਹਲਕੇ ਤੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ। ਕੋਹਲੀ ਪਰਿਵਾਰ ਪਟਿਆਲਾ ਦੇ ਸ਼ਹਿਰ ਦੇ ਜਿਹੜੇ ਖੱਤਰੀ ਸਿੱਖ ਪਰਿਵਾਰ ਨੇ, ਉਸ ਭਾਈਚਾਰੇ ਦੇ ਵਿੱਚ ਕਾਫੀ ਪਕੜ ਰੱਖਦਾ ਹੈ। ਪਟਿਆਲਾ ਦਾ ਪਹਿਲਾ ਮੇਅਰ ਜਿਹੜੇ ਬਣੇ ਸੀ ਉਹ ਵਿਸ਼ਨੂੰ ਸ਼ਰਮਾ, ਉਹਨਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਸੀ ਕਿ ਉਹ ਪਹਿਲੇ ਮੇਅਰ ਦੇ ਵਜੋਂ ਪਟਿਆਲੇ ਦੇ ਵਿੱਚ ਉਸ ਕੁਰਸੀ ਤੇ ਵਿਰਾਜਮਾਨ ਹੋਏ ਸੀ। ਉਹਨਾਂ ਨੇ ਮੁੜ ਕਾਂਗਰਸ ਦੇ ਵਿੱਚ ਸ਼ਮੂਲੀਅਤ ਕਰ ਲਈ ਹੈ। ਇਹਦੇ ਨਾਲ ਕਾਂਗਰਸ ਨੂੰ ਵੀ ਹੋ ਸਕਦਾ ਹੈ ਕਿ ਮਜ਼ਬੂਤੀ ਮਿਲੇ। ਇਹਦਾ ਫਾਇਦਾ ਕਾਂਗਰਸ ਨੂੰ ਹੋਣਾ ਤੇ ਨੁਕਸਾਨ ਸਿੱਧਾ ਕੈਪਟਨ ਅਮਰਿੰਦਰ ਸਿੰਘ ਨੂੰ ਝੱਲਣਾ ਪਊ। ਪਟਿਆਲਾ ਸ਼ਹਿਰ ਦੇ ਵਿੱਚ ਹਿੰਦੂ ਭਾਈਚਾਰਾ, ਵਿਸ਼ਨੂੰ ਸ਼ਰਮਾ ਉਹਨਾਂ ਦੇ ਵਿੱਚ ਕਾਫੀ ਪ੍ਰਭਾਵ ਰੱਖਦੇ ਆ ਉਹ।
ਸੋ ਉਮੀਦ ਹੈ ਕਿ ਵਿਸ਼ਨੂੰ ਸ਼ਰਮਾ ਦੇ ਕਾਂਗਰਸ ਦੇ ਵਿੱਚ ਆਉਣ ਨਾਲ ਕਾਂਗਰਸ ਦੇ ਖੇਮੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਾਲੀ ਵੋਟ ਖਿਸਕ ਕੇ ਜਾ ਸਕਦੀ ਹੈ। ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਨੇ ਹਰਪਾਲ ਜਨੇਜਾ। ਬੀਤੇ 10 ਵਰ੍ਹਿਆਂ ਦੇ ਦੌਰਾਨ ਹਲਕੇ ਦੇ ਵਿੱਚ ਉਹਨਾਂ ਨੇ ਵੀ ਚੰਗਾ ਸਹਿਚਾਰ ਬਣਾਇਆ ਹੋਇਆ। ਅਕਾਲੀ ਦਲ ਦੀ ਪੱਕੀ ਵੋਟ ਬੈਂਕ ਵੀ ਹੈ, ਉੱਥੇ ਕਾਫੀ ਹੱਦ ਤੱਕ ਸ਼ਹਿਰੀ ਵੋਟਰ ਵੀ ਉਹਨਾਂ ਦੇ ਨਾਲ ਹੈ। ਫਿਰ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਵੀ ਆ। ਹੁਣ ਚਾਰੀ ਧਿਰਾਂ ਇਸ ਸ਼ਹਿਰੀ ਹਲਕੇ ਨੂੰ ਉਮੀਦ ਹੈ ਕਿ ਕਾਫੀ ਦਿਲਚਸਪ ਬਣਾ ਦੇਣਗੀਆਂ ਇੱਥੋਂ ਦੀ ਜਿਹੜੀ ਟੱਕਰ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਥੋੜੀ ਜੀ ਨਜ਼ਰ ਹੋਰ ਮਾਰਦੇ ਹਾਂ, ਕਿਉਂਕਿ ਉਹਨਾਂ ਦੀ ਇਹ ਇੱਜ਼ਤ ਦਾ ਸਵਾਲ ਹੈ। ਵਕਾਰ ਤੇ ਇੱਜ਼ਤ ਲੱਗ ਚੁੱਕੀ ਹੈ ਉਹਨਾਂ ਦੀ, ਵਕਾਰੀ ਸੀਟ ਹੈ। 1992 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੋਂ ਵੱਖਰੇ ਹੋ ਗਏ ਸੀ। ਸ਼੍ਰੋਮਣੀ ਅਕਾਲੀ ਦਲ ਪੰਥਕ ਨਾਂ ਦੀ ਉਹਨਾਂ ਨੇ ਇੱਕ ਵੱਖਰੀ ਪਾਰਟੀ ਬਣਾ ਲਈ ਸੀ। ਉਹਦੇ ਤੋਂ ਬਾਅਦ ਦੇ ਵਿੱਚ 1998 ਦੇ ਵਿੱਚ ਉਹਨਾਂ ਦਾ ਕਾਂਗਰਸ ਦੇ ਵਿੱਚ ਰਲੇਵਾਂ ਹੋ ਗਿਆ ਸੀ। ਵਿਧਾਨ ਸਭਾ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵਕਤ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਹ ਖੁਦ ਆਪਣੇ ਹਲਕੇ ਤੋਂ ਹਾਰੇ ਸੀ। 1998 ਦੇ ਵਿੱਚ ਪਟਿਆਲਾ ਹਲਕੇ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ 33,000 ਤੇ 251 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ 1985 ਚ, ਸਾਲ 2002 ਚ, 2007 ਚ, 2012 ਚ ਤੇ 2017 ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਜਿੱਤੇ ਸੀ। ਕੈਪਟਨ 3 ਵਾਰ ਪਟਿਆਲਾ ਸ਼ਹਿਰੀ ਤੋਂ, 1 ਵਾਰ ਸਮਾਣਾ ਤੋਂ ਅਤੇ ਤਲਵੰਡੀ ਸਾਬੋ ਤੋਂ ਜਿੱਤੇ ਹੈ। ਪਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਵੱਖਰੇ ਹੋ ਕੇ ਚੋਣ ਲੜ ਰਹੇ ਨੇ। ਪਾਰਟੀ ਦਾ ਜਿਹੜਾ ਪੱਕਾ ਵੋਟ ਬੈਂਕ ਹੈ, ਕੇਡਰ ਹੈ, ਉਹਦਾ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੂੰ ਝੱਲਣਾ ਪੈਣਾ ਹੈ। ਫਿਲਹਾਲ ਜਿਹੜੇ ਸਮੀਕਰਨ ਬਣ ਰਹੇ ਨੇ ਉਹਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਪੱਕੀ ਮੰਨੀ ਜਾਣ ਵਾਲੀ ਜਿੱਤ ਉਹ ਤੇ ਸ਼ੰਕੇ ਖੜੇ ਹੋ ਰਹੇ ਆ। ਜਿੱਤ ਯਕੀਨੀ ਬਣਾਉਣ ਵਾਸਤੇ ਹਲਕੇ ਦੇ ਵਿੱਚ ਉਹਨਾਂ ਨੂੰ ਕਾਫੀ ਖੁਦ ਭੱਜ ਦੌੜ ਕਰਨੀ ਪੈ ਸਕਦੀ ਹੈ। ਤੇ ਇਹ ਵੀ ਕਿਆਸ ਲਾਏ ਜਾ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੇਠਾਂ ਸੁੱਟਣ ਦੇ ਵਾਸਤੇ ਉੱਥੇ ਚਰਨਜੀਤ ਸਿੰਘ ਚੰਨੀ ਵੀ, ਉੱਥੇ ਨਵਜੋਤ ਸਿੰਘ ਸਿੱਧੂ ਵੀ, ਇਹ ਵੀ ਅੱਡੀ ਚੋਟੀ ਦਾ ਜ਼ੋਰ ਲਾਉਣਗੇ। ਆਮ ਆਦਮੀ ਪਾਰਟੀ ਵੀ ਅੱਡੀ ਚੋਟੀ ਦਾ ਜ਼ੋਰ ਲਾ ਸਕਦੀ ਹੈ। ਪਰ ਅਕਾਲੀ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹੈ ਕਿ ਨਹੀਂ, ਕਿਉਂਕਿ ਉਹਨਾਂ ਦਾ ਸਾਂਝਾ ਜਿਹੜਾ ਵੋਟ ਬੈਂਕ ਹੈ, ਸ਼੍ਰੋਮਣੀ ਅਕਾਲੀ ਦਲ ਦਾ ਵੀ ਪੱਕਾ ਵੋਟ ਬੈਂਕ ਹੈ ਤੇ ਬਹੁਜਨ ਸਮਾਜ ਪਾਰਟੀ ਦਾ ਵੀ ਪੱਕਾ ਵੋਟ ਬੈਂਕ ਹੈ। ਇਸ ਕਰਕੇ ਸਥਿਤੀ ਦਿਲਚਸਪ ਬਣੀ ਹੋਈ ਹੈ ਇਸ ਹੌਟ ਸੀਟ ਦੀ। ਵੇਖਣਾ ਹੋਏਗਾ ਕਿ ਕੌਣ ਬਾਜ਼ੀ ਮਾਰਦਾ ਹੈ, ਕਿੰਨੇ ਕੁ ਵੱਡੇ ਮਾਰਜ ਦੇ ਨਾਲ ਜਿੱਤ ਹਾਰ ਇਸ ਸੀਟ ਤੋਂ ਹੁੰਦੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਦਿਲਚਸਪ ਕਿੱਥੇ ਕਿੱਥੇ ਕਿਵੇਂ ਬਣਦੀ ਹੈ, ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਸਾਂਝੇ ਹੁੰਦੇ ਰਵਾਂਗੇ। ਉਮੀਦ ਹੈ ਕਿ ਤੁਹਾਨੂੰ ਆਪਣਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।